हाँ जी विद्यार्थियों, स्वागत है तुहाडा अपनी अज दी पंजाबी दी क्लास दे विच। सो अज आपां अपनी क्लास दे विच व्याकरण दा एक टॉपिक करन जा रहे हाँ, जिस नूं असीं किरिया दे नाम नाल जाणदे हाँ। बेशक ये टॉपिक आपां अपने स्कूल टाइम दे विच काफ़ी क्लासां दे विच पढ़िया है, पर इम्तिहान दे पक्ष तों भी ये साडे लई बड़ा महत्वपूर्ण बन जांदा है। सो अज आपां इस नूं विचारांगे, किरिया की हुंदी है, किन्ने प्रकार दी हुंदी है, ਅਤੇ इस दे नाल नाल असीं जो किरिया दे नाल वाच धातु ਜਾਂ ਫਿਰ पूरक की हुंदे हन, आपां उन्हां दे बारे भी चर्चा करनी है। सब तो पहलां आपां जाणदे हां किरिया की है। देखो, कोई भी आपां जदों वाक पढ़दे हां तां उस वाक दे विच एक जरूरी जो तत्त हुंदा है वो किरिया हुंदा है, क्योंकि किरिया ही एक अजिही चीज़ है जिहड़ी किसी वस्तु दे काम नूं काल सहित भाव समय दे नाल उहदे करन दा समा कारण प्रगट करती है। उस नूं असीं किरिया कहंदे हां। बेशक देखो, आपां गल करदे हां हसना हो गया, जिस तरह उरे लिखा है, उड़ना हो गया, वरना हो गया, खांदी हो गया। इस अलावा कुछ भी है, देखो खांदा है, खांदी है, जांदा है, जांदी है, गांदा है, गांदी है, पढ़दा है, जांदा है, जो मर्जी है। देखो इन्हां ये वो शब्द ने जिन्हां तो सानू किसी काम दे होण दा पता लगदा है। सो जिहड़ा शब्द किसी वस्तु दे काम नूं काल सहित होण जां करन नूं प्रगट करे, उस नूं असीं जो है किरिया दे नाम नाल जाणदे हां। किरिया दे विच कुछ विशेषतावां हुंदियां ने, जिस तरह हर वाक दे विच किरिया जरूर हुंदी है। कई वाक अजिहे हुंदे हन विद्यार्थियों, उहदे विच कर्म सानू नज़र नहीं आउंदा, पर किरिया उस दे विच जिहड़ा है एक अहम तत्त है। किरिया सानू उस दे विच जरूर मिलती है। किरिया आम तौर ते वाक दे अंत विच आउंदी है। ये भी सानू गल याद रखनी चाहिए है जी। जो किरिया है वह वाक दे अंत विच आउंदी है। किरिया तो बिना किसी वाक बारे सोचिया भी नहीं जा सकता, क्योंकि जदों आपां कोई भी वाक बोलते हाँ, आपां कोई भी वाक संबोधन करते हाँ, तुसीं बोल के देखो, ਉਹਦੇ ਵਿੱਚ ਕਿਰਿਆ ਨੂੰ ਪੇਸ਼ ਕਰਦੇ, ਕਿਰਿਆ ਨੂੰ ਪ੍ਰਗਟ ਕਰਦੇ ਹੋਏ ਸ਼ਬਦ ਤੁਹਾਨੂੰ ਜ਼ਰੂਰ ਨਜ਼ਰ ਆਉਣਗੇ। ਕਿਰਿਆ ਤੋਂ ਵਾਕ ਦੇ ਵਿੱਚ ਕਰਤਾ, ਕਰਮ ਅਤੇ ਕਰਨ ਆਦਿ ਦਾ ਪਤਾ ਲੱਗਦਾ ਹੈ। ਦੇਖੋ, ਵਾਕ ਦੇ ਵਿੱਚ ਜੋ ਹੈ ਇਹ ਕਰਤਾ, ਕਰਮ, ਕਰਨ, ਇਹ ਸਾਨੂੰ ਕਿਰਿਆ ਦੇ ਨਾਲ ਹੀ ਪ੍ਰਗਟ ਹੁੰਦੇ ਹਨ। ਜੇਕਰ ਕਿਰਿਆ ਨਾ ਹੋਵੇ ਤਾਂ ਸਾਨੂੰ ਇਹ ਚੀਜ਼ ਦਾ ਵੀ ਗਿਆਨ ਨਹੀਂ ਹੋ ਸਕਦਾ ਹੈਗਾ। ਸੋ ਵਿਦਿਆਰਥੀਓ, ਆਪਾਂ ਦੇਖੋ ਉਰੇ ਜਸਟ ਇੱਕ ਕਿਰਿਆ ਦੀ ਡੈਫੀਨੇਸ਼ਨ ਦੇਖੀ ਹੈ ਕਿ ਕਿਰਿਆ ਹੁੰਦੀ ਕੀ ਹੈ। ਆਪਾਂ ਅੱਗੇ ਜਾਣਦੇ ਹਾਂ ਇਸ ਦੀਆਂ ਕਿਸਮਾਂ ਕਿਹੜੀਆਂ ਹਨ, ਇਹਨਾਂ ਨੂੰ ਕਿਹੜੇ ਆਧਾਰ ਦੇ ਉੱਤੇ ਵੰਡਿਆ ਜਾਂਦਾ ਹੈ। ਦੇਖੋ, ਮੁੱਖ ਤੌਰ 'ਤੇ ਜਿਹੜੇ ਕਿਰਿਆ ਹੈ ਉਹਦੀ ਵੰਡ 4 ਤਰੀਕੇ ਨਾਲ ਕੀਤੀ ਜਾਂਦੀ ਹੈ, 4 ਭਾਗਾਂ ਦੇ ਵਿੱਚ ਕੀਤੀ ਜਾਂਦੀ ਹੈ। ਉਹ ਜਿਹੜੇ 4 ਭਾਗ ਨੇ ਉਹ ਕਿਹੜੇ ਹਨ? ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਜਿਹੜੀ ਇਹਦੀ ਪਹਿਲੀ ਵੰਡ ਹੈ, ਜੋ ਕਿਰਿਆ ਦੀ ਪਹਿਲੀ ਵੰਡ ਹੈ, ਜਿਸ ਦੇ ਵਿੱਚ ਇਸ ਨੂੰ ਜੋ ਵੰਡਿਆ ਜਾਂਦਾ ਹੈ ਅਕਰਮਕ ਕਿਰਿਆ, ਸਕਰਮਕ ਕਿਰਿਆ ਅਤੇ ਦੋ ਕਰਮਕ ਕਿਰਿਆ। ਇਹ ਇਸ ਦੀ ਸਭ ਤੋਂ ਪਹਿਲੀ ਵੰਡ ਹੈ ਕਿਰਿਆ ਦੀ। ਉਸ ਤੋਂ ਬਾਅਦ ਵਿੱਚ ਕਿਰਿਆ ਦੀ ਜੋ ਦੂਸਰੀ ਵੰਡ ਹੈ ਉਸ ਨੂੰ ਵੰਡਿਆ ਜਾਂਦਾ ਹੈ ਸਧਾਰਨ ਕਿਰਿਆ ਦੇ ਵਿੱਚ, ਪ੍ਰੇਰਨਾਰਥਕ ਕਿਰਿਆ ਦੇ ਵਿੱਚ ਅਤੇ ਦੂਰੀ ਪ੍ਰੇਰਨਾਰਥਕ ਕਿਰਿਆ ਦੇ ਵਿੱਚ। ਇਹ ਇਸ ਦੀ ਦੂਸਰੀ ਵੰਡ ਹੈ। ਜੋ ਇਸ ਦੀ ਤੀਸਰੀ ਵੰਡ ਕੀਤੀ ਜਾਂਦੀ ਹੈ ਜੀ, ਉਹ ਕੀਤੀ ਜਾਂਦੀ ਹੈ ਇਕਹਿਰੀ ਕਿਰਿਆ ਅਤੇ ਸੰਯੁਕਤ ਕਿਰਿਆ। ਇਸ ਤੋਂ ਇਲਾਵਾ ਇਹਦੀ ਜੋ ਚੌਥੀ ਵੰਡ ਹੈ ਉਸ ਦੇ ਵਿੱਚ ਆਉਂਦੇ ਹਨ ਜੀ ਮੂਲ ਕਿਰਿਆ ਅਤੇ ਸਹਾਇਕ ਕਿਰਿਆ। ਠੀਕ ਹੈ। ਸੋ ਇਹਨਾਂ 4, ਦੇਖੋ ਪਹਿਲਾ ਕੁਐਸਚਨ ਤਾਂ ਸਾਡੇ ਕੋਲ ਉਰੇ ਇਹੀ ਹੀ ਬਣਦਾ ਹੈ ਕਿ ਜੋ ਕਿਰਿਆ ਹੈ ਉਹ ਕਿੰਨੇ ਪ੍ਰਕਾਰ ਦੀ ਵੰਡ ਵਿੱਚ ਆਉਂਦੀ ਹੈ। ਤਾਂ ਕਿਰਿਆ ਨੂੰ ਅਸੀਂ 4 ਭਾਗਾਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ। ਕਿਰਿਆ ਦੀ ਵੰਡ 4 ਢੰਗਾਂ ਦੇ ਨਾਲ ਅਸੀਂ ਕਰ ਸਕਦੇ ਹਾਂ। ਸੋ ਆਪਾਂ ਜੋ ਸਭ ਤੋਂ ਪਹਿਲੀ ਇਸ ਦੀ ਵੰਡ ਹੈ ਜੀ, ਜਿਹਦੇ ਵਿੱਚ ਆਪਾਂ ਜਾਣਿਆ ਅਕਰਮਕ ਕਿਰਿਆ, ਸਕਰਮਕ ਕਿਰਿਆ ਅਤੇ ਦੋ ਕਰਮਕ ਕਿਰਿਆ, ਇਸ ਦੇ ਬਾਰੇ ਜਾਣਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੀ ਹੈ ਜੀ ਪਹਿਲੀ ਵੰਡ ਦੇ ਵਿੱਚ ਅਕਰਮਕ ਕਿਰਿਆ। ਅਕਰਮਕ ਕਿਰਿਆ ਉਹ ਕਿਰਿਆ ਹੁੰਦੀ ਹੈ ਜਿਸ ਵਾਕ ਦੇ ਵਿੱਚ ਕਿਰਿਆ ਦਾ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ। ਦੇਖੋ, ਅਕਰਮਕ, ਅ ਮੀਨਸ ਉਰੇ ਕਰਮ ਤੋਂ ਰਹਿਤ ਹੈ। ਕਰਮ ਤੋਂ ਰਹਿਤ ਜਿਹੜੀ ਕਿਰਿਆ ਹੁੰਦੀ ਹੈ ਉਸ ਨੂੰ ਅਸੀਂ ਅਕਰਮਕ ਦੇ ਨਾਮ ਨਾਲ ਜਾਣਦੇ ਹਾਂ। ਭਾਵ ਕਰਮ ਤੋਂ ਬਿਨਾਂ ਉਹ ਕਿਰਿਆ ਜਿਸ ਦੇ ਵਿੱਚ ਕੋਈ ਕਰਮ ਨਾ ਹੋਵੇ ਉਸ ਨੂੰ ਅਸੀਂ ਅਕਰਮਕ ਕਹਿ ਦਿੰਦੇ ਹਾਂ।
ਜਿਵੇਂ ਮੱਛੀਆਂ ਤਰਦੀਆਂ ਹਨ। ਮੱਛੀਆਂ ਤਰਦੀਆਂ ਹਨ, ਇਹ ਕੀ ਹੈ ਜੀ? ਇੱਕ ਅਕਰਮਕ ਕਿਰਿਆ ਹੈ, ਕਿਉਂਕਿ ਸਾਨੂੰ ਨਹੀਂ ਪਤਾ ਮੱਛੀਆਂ ਕਿਸ ਉੱਤੇ ਤਰ ਰਹੀਆਂ ਹਨ। ਉਸ ਤੋਂ ਬਾਅਦ ਵਿੱਚ ਸਾਡੇ ਕੋਲ ਦੂਸਰੀ ਐਗਜ਼ਾਮਪਲ ਲਿਖਿਆ ਹੋਇਆ ਹੈ, ਪਿਆਰਾ ਸਿੰਘ ਦੌੜਦਾ ਹੈ। ਪਿਆਰਾ ਸਿੰਘ ਕਿਸ ਉੱਤੇ ਦੌੜਦਾ ਹੈ, ਕਿਵੇਂ ਦੌੜਦਾ ਹੈ, ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ। ਅਗਲਾ ਵਾਕ ਦੇਖੋ ਹੈ ਸਾਡੇ ਕੋਲੇ, ਪਸ਼ੂ ਚਰਦੇ ਹਨ। ਪਸ਼ੂ ਕੀ ਚਰ ਰਹੇ ਹਨ? ਉਹ ਕਿਸ ਦੇ ਉੱਤੇ ਕਰਮ ਕਰ ਰਹੇ ਹਨ? ਸਾਨੂੰ ਇਸ ਦੇ ਬਾਰੇ ਨਹੀਂ ਪਤਾ। ਸੋ ਕਰਮ ਉਹ ਚੀਜ਼ ਹੁੰਦੀ ਹੈ ਜਿਸ ਦੇ ਉੱਤੇ ਕਿਰਿਆ ਕੰਮ ਕਰ ਰਹੀ ਹੁੰਦੀ ਹੈ। ਸੋ ਇਹਨਾਂ ਵਾਕਾਂ ਵਿੱਚ ਆਪਾਂ ਦੇਖਦੇ ਹਾਂ ਕਿ ਜੋ ਕਰਮ ਹੈ ਉਸ ਦੀ ਅਣਹੋਂਦ ਸਾਨੂੰ ਨਜ਼ਰ ਆ ਰਹੀ ਹੈ, ਇਹ ਸਾਨੂੰ ਉਰੇ ਪ੍ਰਗਟ ਨਹੀਂ ਹੋ ਰਿਹਾ। ਇਹਨਾਂ ਵਾਕਾਂ ਦੇ ਵਿੱਚ ਹਰ ਇੱਕ ਵਾਕ ਦੇ ਵਿੱਚ ਕਰਮ ਵਾਈਜ਼ ਦੇਖੋ ਉਰੇ ਮੱਛੀਆਂ, ਪਿਆਰਾ ਸਿੰਘ ਅਤੇ ਪਸ਼ੂ ਕੇਵਲ ਕਰਤਾ ਹੀ ਹਨ। ਇਹ ਕਿਰਿਆ ਨੂੰ ਕਰਨ ਵਾਲੇ ਹਨ, ਪਰ ਇਹ ਕਿਰਿਆ ਕਿਸ ਉੱਤੇ ਹੋ ਰਹੀ ਹੈ ਇਹ ਸਾਨੂੰ ਗਿਆਨ ਨਹੀਂ ਹੋ ਰਿਹਾ। ਇਸ ਲਈ ਇਹਨਾਂ ਕਿਰਿਆਵਾਂ ਜਿਵੇਂ ਉਰੇ ਹੈ ਤਰਦੀਆਂ, ਦੌੜਦਾ, ਚਰਦੇ, ਅਕਰਮਕ ਕਿਰਿਆ ਹਨ। ਅੱਗੇ ਜੋ ਅਕਰਮਕ ਕਿਰਿਆ ਹੈ ਇਸ ਨੂੰ ਵੀ ਆਪਾਂ ਦੋ ਭਾਗਾਂ ਦੇ ਵਿੱਚ ਵੰਡ ਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਪੂਰਨ ਅਕਰਮਕ ਕਿਰਿਆ ਅਤੇ ਉਸ ਤੋਂ ਬਾਅਦ ਵਿੱਚ ਸੰਪੂਰਨ ਅਕਰਮਕ ਕਿਰਿਆ। ਦੇਖੋ ਜੀ, ਅਪੂਰਨ ਕਿਰਿਆ ਤੋਂ ਬਾਅਦ ਜਿਹੜੀ ਸਾਡੇ ਕੋਲ ਆਉਂਦੀ ਹੈ, ਦੋ ਕਿਸਮਾਂ ਹਨ ਇਹਦੀਆਂ। ਪੂਰਨ, ਜਿਵੇਂ ਬੱਚਾ ਰੋਇਆ। ਬੱਚਾ ਰੋਇਆ ਦੇਖੋ ਇਹ ਪੂਰਨ ਹੈ। ਕਿਉਂ ਪੂਰਨ ਹੈ? ਕਿਉਂਕਿ ਦੇਖੋ ਉਰੇ ਜਿਹੜਾ ਹੈ ਇਹ ਸਾਨੂੰ ਵਾਕ ਸਮਝ ਵਿੱਚ ਆ ਰਿਹਾ ਹੈ। ਸਾਨੂੰ ਵਾਕ ਸਮਝ ਵਿੱਚ ਆ ਰਿਹਾ ਹੈ, ਇਹ ਪੂਰਨ ਹੈ। ਮਤਲਬ ਵਾਕ ਤੋਂ ਸਾਨੂੰ ਪੂਰਾ ਗਿਆਨ ਹੋ ਰਿਹਾ ਹੈ। ਜਿਹੜੀ ਅਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਪੂਰਾ ਅਤੇ ਸਾਰਥਕ ਵਾਕ ਬਣਾ ਰਹੀ ਹੋਵੇ ਉਸ ਨੂੰ ਪੂਰਨ ਅਕਰਮਕ ਦੇ ਨਾਮ ਨਾਲ ਆਪਾਂ ਜਾਣਦੇ ਹਾਂ। ਜਾਂ ਫਿਰ ਆਪਾਂ ਗੱਲ ਕਰਦੇ ਹਾਂ ਕੁੱਤਾ ਭੌਂਕਿਆ, ਬੱਚਾ ਰੋਇਆ, ਹੈ ਨਾ, ਗੀਤਾ ਸੋ ਗਈ, ਇਹ ਵਾਕ ਬਿਲਕੁਲ ਪੂਰੇ ਹੋ ਰਹੇ ਹਨ, ਇਸ ਕਰਕੇ ਇਹ ਪੂਰਨ ਹੈ। ਜਦੋਂ ਆਪਾਂ ਅਪੂਰਨ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਕਰਮ ਦੀ ਹੋਂਦ ਵੀ ਹੋਵੇ ਅਤੇ ਵਾਕ ਸਮਝ ਵੀ ਨਾ ਆਵੇ, ਜਿਵੇਂ ਦੇਖੋ ਰਿਹਾ ਹੈ ਮਹਿੰਦਰ ਹੋ ਗਿਆ। ਹੁਣ ਮਹਿੰਦਰ ਕੀ ਹੋ ਗਿਆ? ਦੇਖੋ ਇਹਦੇ ਵਿੱਚ ਜੋ ਹੈ ਕਿਰਿਆ ਵੀ ਹੈ ਅਤੇ ਕਰਮ ਵੀ ਹੈ, ਕਰਤਾ ਵੀ ਹੈ, ਕਰਤਾ ਵੀ ਹੈ। ਮਹਿੰਦਰ ਕਰਤਾ ਹੋ ਗਿਆ ਅਤੇ ਕਿਰਿਆ ਵੀ ਹੈ, ਪਰ ਇਸ ਦੇ ਵਿੱਚ ਕਰਮ ਨਹੀਂ ਹੈ। ਸਾਨੂੰ ਨਹੀਂ ਪਤਾ ਮਹਿੰਦਰ ਹੋ ਗਿਆ ਹੈ, ਕੀ ਹੋ ਗਿਆ ਹੈ। ਮਹਿੰਦਰ ਪਾਸ ਹੋ ਗਿਆ ਹੈ, ਮਹਿੰਦਰ ਫੇਲ ਹੋ ਗਿਆ ਹੈ, ਮਹਿੰਦਰ ਬਿਮਾਰ ਹੋ ਗਿਆ ਹੈ, ਪਾਗਲ ਹੋ ਗਿਆ ਹੈ, ਸਾਨੂੰ ਨਹੀਂ ਪਤਾ ਹੈਗਾ ਇਸ ਦੇ ਬਾਰੇ। ਸੋ ਇਸ ਕਰਕੇ ਜੀ ਇਹ ਕੀ ਹੈ? ਅਪੂਰਨ ਹੈ। ਸਾਨੂੰ ਇਹਦੇ ਵਿੱਚ ਵਾਕ ਦਾ ਪੂਰਾ ਗਿਆਨ ਨਹੀਂ ਹੋ ਰਿਹਾ। ਪਰ ਜਦੋਂ ਵਾਕ ਦੇ ਵਿੱਚ ਕਰਮ ਨਾ ਹੋਵੇ ਪਰ ਫਿਰ ਵੀ ਵਾਕ ਆਪਣੇ ਆਪ 'ਚ ਸੰਪੂਰਨ ਹੋਵੇ ਤਾਂ ਉਸ ਨੂੰ ਆਪਾਂ ਪੂਰਨ ਅਕਰਮਕ ਦੇ ਨਾਮ ਨਾਲ ਜਾਣਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਅਗਲਾ ਵਾਕ ਜੋ ਸਾਡੇ ਕੋਲ ਹੈ ਉਹ ਹੈ ਜੀ ਸਕਰਮਕ ਕਿਰਿਆ। ਦੇਖੋ ਸਕਰਮਕ ਕਿਰਿਆ ਉਹ ਕਿਰਿਆ ਹੁੰਦੀ ਹੈ ਜਿਸ ਵਿੱਚ ਕਰਤਾ ਦੇ ਨਾਲ ਨਾਲ ਕਰਮ ਵੀ ਹੋਵੇ। ਦੇਖੋ ਕਿਰਿਆ ਤਾਂ ਹੈਗੀ ਹੈ, ਕਿਰਿਆ ਤਾਂ ਮੌਜੂਦ ਹੀ ਰਹਿੰਦੀ ਉਹਦੇ ਵਿੱਚ, ਪਰ ਹੁਣ ਆਪਣੇ ਕੋਲੇ ਕਰਤਾ ਦੇ ਨਾਲ ਕਰਮ ਵੀ ਹੈ। ਕਰਮ ਉਹ ਚੀਜ਼ ਹੈ ਜਿਸ ਦੇ ਉੱਤੇ ਕਿਰਿਆ ਵਾਪਰ ਰਹੀ ਹੋਵੇ, ਜਿਸ ਦੇ ਉੱਤੇ ਕਿਰਿਆ ਵਾਪਰ ਰਹੀ ਹੋਵੇ ਉਹਨੂੰ ਆਪਾਂ ਕਰਮ ਕਹਿ ਦਿੰਦੇ ਹਾਂ। ਉਹਨਾਂ ਨੂੰ ਸਕਰਮਕ ਕਿਰਿਆ ਆਖਦੇ ਹਾਂ। ਜਿਵੇਂ ਮੈਂ ਪੱਤਰ ਲਿਖਦਾ ਹਾਂ, ਦੇਖੋ ਉਰੇ ਕੀ ਹੈ ਜੀ? ਜੇ ਮੈਂ ਕਹਿੰਦਾ ਮੈਂ ਲਿਖਦਾ ਹਾਂ ਤਾਂ ਜੀ ਇਹ ਕੀ ਹੁੰਦੀ? ਇਹ ਅਕਰਮਕ ਹੁੰਦੀ, ਕਿਉਂਕਿ ਮੈਂ ਕੀ ਲਿਖਦਾ, ਕਿਸ 'ਤੇ ਲਿਖਦਾ, ਮੈਨੂੰ ਕਿਸੇ ਨੂੰ ਕੁਝ ਨਹੀਂ ਪਤਾ, ਹੈ ਨਾ। ਪਸ਼ੂ ਘਾਹ ਚਰਦੇ ਹਨ। ਦੇਖੋ ਪਸ਼ੂ, ਸਾਨੂੰ ਪਤਾ ਹੈ ਕਿ ਜਿਹੜਾ ਕਰਮ ਹੋ ਰਿਹਾ ਹੈ ਉਹ ਕਿਹਦੇ ਉੱਤੇ ਹੋ ਰਿਹਾ? ਘਾਹ ਦੇ ਉੱਤੇ ਹੋ ਰਿਹਾ ਹੈ। ਅੱਗੇ ਦੇਖੋ ਮੱਛੀਆਂ ਪਾਣੀ ਵਿੱਚ ਤਰਦੀਆਂ ਹਨ। ਜੋ ਮੱਛੀਆਂ ਹਨ ਸਾਨੂੰ ਪਤਾ ਹੈ ਕਿ ਭਾਈ ਜਿਹੜੀ ਇਹ ਕਿਰਿਆ ਹੋ ਰਹੀ ਹੈ ਇਹ ਪਾਣੀ ਉੱਤੇ ਹੋ ਰਹੀ ਹੈ, ਇਸ ਕਰਕੇ ਜਿਹੜਾ ਪਾਣੀ ਹੈ ਉਹ ਕੀ ਹੈ ਜੀ? ਕਰਮ ਹੈ ਇਹਦਾ, ਹੈ ਨਾ। ਸੋ ਪਿਆਰਾ ਸਿੰਘ ਸੜਕ 'ਤੇ ਦੌੜਦਾ ਹੈ। ਆਪਾਂ ਪਿਛਲੇ ਵਾਕ ਦੇ ਵਿੱਚ ਪੜ੍ਹਿਆ ਸੀ ਪਿਆਰਾ ਸਿੰਘ ਦੌੜਦਾ ਹੈ, ਸਾਨੂੰ ਨਹੀਂ ਸੀ ਪਤਾ ਕਿੱਥੇ ਦੌੜਦਾ, ਪਰ ਉਰੇ ਪਤਾ ਲੱਗ ਗਿਆ ਜੀ ਭਾਈ ਉਹ ਸੜਕ 'ਤੇ ਦੌੜ ਰਿਹਾ ਹੈ। ਮੈਂ ਗਲਾਸ ਨਾਲ ਦੁੱਧ ਪੀਤਾ। ਦੇਖੋ ਹੁਣ ਮੈਂ ਪੀਤਾ, ਪਤਾ ਨਹੀਂ ਕੀ ਪੀਤਾ, ਹੈ ਨਾ। ਸੋ ਦੇਖੋ ਇਹ ਉਹ ਵਾਕ ਹਨ ਜਿਨ੍ਹਾਂ ਦੇ ਵਿੱਚ ਮਤਲਬ ਕਿ ਸਾਨੂੰ ਕਰਤਾ ਅਤੇ ਕਿਰਿਆ ਦੇ ਨਾਲ ਨਾਲ ਸਾਨੂੰ ਕਰਮ ਵੀ ਮਿਲ ਰਿਹਾ ਹੈ। ਸੋ ਇਸ ਕਰਕੇ ਇਸ ਨੂੰ ਅਸੀਂ ਸਕਰਮਕ ਦੇ ਨਾਮ ਨਾਲ ਜਾਣਦੇ ਹਾਂ। ਜਿਨ੍ਹਾਂ ਵਾਕਾਂ ਵਿੱਚ ਉਪਰੋਕਤ ਇਹਨਾਂ ਵਾਕਾਂ ਦੇ ਵਿੱਚ ਸਾਨੂੰ ਪੱਤਰ ਉੱਤੇ ਲਿਖਣ ਦਾ ਕੰਮ ਹੋਇਆ ਹੈ, ਇਸ ਲਈ ਪੱਤਰ ਕੀ ਹੈ? ਕਰਮ ਹੈ। ਸੋ ਇਸੇ ਤਰ੍ਹਾਂ ਦੇਖੋ ਜੋ ਆਪਾਂ ਦੇਖਦੇ ਹਾਂ ਇਸ ਤਰ੍ਹਾਂ ਘਾਹ ਹੋ ਗਿਆ, ਪਾਣੀ ਹੋ ਗਿਆ, ਸੜਕ ਹੋ ਗਿਆ, ਦੁੱਧ ਹੋ ਗਿਆ, ਇਹ ਸਾਰੇ ਕੀ ਹਨ? ਕਰਮ ਹਨ। ਦੁੱਧ ਉੱਤੇ ਅੱਧਕ ਨਹੀਂ ਲੱਗੀ ਹੋਈ ਜੀ, ਤੁਸੀਂ ਲਗਾ ਲਿਓ, ਠੀਕ ਹੈ। ਕਈ ਵਾਰ ਲਿਖਣ ਲੱਗੇ ਸਪੈਲਿੰਗ ਮਿਸਟੇਕ ਹੋ ਜਾਂਦੀ ਹੈ, ਸੋ ਤੁਸੀਂ ਦੁੱਧ ਉੱਤੇ ਅੱਧਕ ਜ਼ਰੂਰ ਲਗਾ ਲੈਣੀ ਹੈ। ਅੱਗੇ ਸਕਰਮਕ ਜੋ ਕਿਰਿਆ ਹੁੰਦੀਆਂ ਨੇ ਇਹ ਵੀ ਸਾਡੇ ਕੋਲ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਤਾਂ ਹੁੰਦੀ ਹੈ ਪਹਿਲਾਂ ਪੂਰਨ।
ਉਹੀ ਗੱਲ ਹੈ, ਪੂਰਨ ਉਹ ਹੈ ਜੋ ਸਾਨੂੰ ਪੂਰਾ ਗਿਆਨ ਕਰਾ ਰਹੀ ਹੈ, ਪੂਰਨ ਸਕਰਮਕ ਕਿਰਿਆ। ਜਿਵੇਂ ਦੇਖੋ ਰੇ ਕੀ ਹੈ ਜੀ, ਰਾਮ ਨੇ ਗੋਲ ਕੀਤਾ। ਹੁਣ ਦੇਖੋ ਸੌਰੀ ਹਰਮੀਤ ਨੇ ਗੋਲ ਕੀਤਾ। ਜਿਹੜਾ ਹਰਮੀਤ ਹੈ ਜੀ ਉਹ ਕੀ ਹੈ, ਕਰਤਾ ਹੈ, ਹਰਮੀਤ ਕਰਤਾ ਹੈ। ਉਸ ਤੋਂ ਬਾਅਦ ਵਿੱਚ ਦੇਖੋ ਜੀ ਜੋ ਹੈ ਗੋਲ ਹੈ ਉਹ ਕੀ ਹੈ ਜੀ, ਕਰਮ ਹੈ, ਤੇ ਕੀਤਾ ਕਿਰਿਆ ਹੈ। ਠੀਕ ਹੈ ਨਾ। ਮੁੰਡਾ, ਜਿਵੇਂ ਆਪਾਂ ਗੱਲ ਕਹਿ ਲਈਏ ਮੁੰਡਾ ਫੁੱਟਬਾਲ ਖੇਡਦਾ ਹੈ, ਦੇਖੋ ਹੁਣ ਮੁੰਡਾ ਖੇਡਦਾ ਹੈ, ਸਾਡੇ ਕੋਲ ਉਰੇ ਕਰਮ ਦੀ ਹੋਂਦ ਹੈ, ਪਰ ਉਰੇ ਕੀ ਹੈ ਜੀ, ਮੁੰਡਾ ਫੁੱਟਬਾਲ ਖੇਡਦਾ ਹੈ। ਸੋ ਇਸ ਗੱਲ ਕਰਕੇ ਜਿਹੜਾ ਹੈਗਾ ਜੀ ਜੋ ਕਰਮ ਹੈ ਉਹ ਫੁੱਟਬਾਲ ਹੈ। ਇਹ ਹੈਗਾ ਦੇਖੋ ਪੂਰਨ। ਪੂਰਨ ਦੇ ਵਿੱਚ ਹਰਮੀਤ ਨੇ ਗੋਲ ਕੀਤਾ। ਠੀਕ ਹੈ। ਹੁਣ ਅਪੂਰਨ ਦੇ ਵਿੱਚ ਕੀ ਹੈ, ਦੇਖੋ ਜੀ ਅਪੂਰਨ ਦੇ ਵਿੱਚ ਗੁਰੂ ਨੇ ਆਪਣੇ ਸ਼ਿਸ਼ ਨੂੰ ਬਣਾ ਦਿੱਤਾ। ਦੇਖੋ ਗੁਰੂ ਕੀ ਹੈ ਜੀ, ਉਰੇ ਕਰਤਾ ਹੈ, ਸ਼ਿਸ਼ ਕੀ ਹੈ ਜਿਹਦੇ ਤੇ ਕਰਮ ਹੋ ਰਿਹਾ ਹੈ, ਬਣਾ ਦਿੱਤਾ ਕੀ ਹੈ, ਕਿਰਿਆ ਹੈ। ਪਰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਬਣਾ ਕੇ ਦਿੱਤਾ ਹੈ ਨਾ। ਸੋ ਗੁਰੂ ਨੇ ਸ਼ਿਸ਼ਾਂ ਨੂੰ ਚੋਰ ਬਣਾ ਦਿੱਤਾ, ਗਰੀਬ ਬਣਾ ਦਿੱਤਾ, ਅਮੀਰ ਬਣਾ ਦਿੱਤਾ, ਕੀ ਕਰ ਦਿੱਤਾ ਸਾਨੂੰ ਨਹੀਂ ਪਤਾ ਲੱਗ ਰਿਹਾ ਉਰੇ। ਸੋ ਇਸ ਤਰ੍ਹਾਂ ਕਰਕੇ ਜੋ ਹੈ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀ ਸਕਰਮਕ ਕਿਰਿਆ ਹੈ ਇਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਸੋ ਅਗਲੀ ਸਾਡੇ ਕੋਲੇ ਜਿਹੜੀ ਵੰਡ ਆਉਂਦੀ ਹੈ ਜੀ ਪਹਿਲੀ ਵੰਡ ਦੇ ਵਿੱਚੋਂ ਹੀ, ਉਹ ਹੈ ਦੋਹਰੀ ਕਿਰਿਆ। ਦੋਹਰੀ ਕਿਰਿਆ, ਦੇਖੋ ਦੋਹਰੀ ਕਿਰਿਆ ਉਹ ਹੈ ਜਿਸ ਵਾਕ ਦੇ ਵਿੱਚ ਆਪਾਂ ਦੇਖਦੇ ਹਾਂ ਇੱਕ ਤੋਂ ਅਧਿਕ ਵੱਧ ਕਰਮ ਹੋਣ, ਇੱਕ ਤੋਂ ਵੱਧ ਕਰਮ ਹੋਣ, ਯਾਨੀ ਕਿ ਦੋ ਚੀਜ਼ਾਂ ਉੱਤੇ ਕਰਮ ਹੋ ਰਹੇ ਹਨ। ਜਦੋਂ ਕਿਸੇ ਵਾਕ ਦੇ ਵਿੱਚ ਕਿਰਿਆ ਦੇ ਇੱਕ ਤੋਂ ਵਧੇਕ ਕਰਮ ਹੋਣ ਤਾਂ ਉਸ ਕਿਰਿਆ ਨੂੰ ਦੋ ਕਰਮਕ ਭਾਵ ਦੋ ਕਰਮ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਪਹਿਲਾਂ ਪਾਣੀ ਪੀ ਲਓ ਫਿਰ ਚਾਹ ਪੀ ਲਓ। ਠੀਕ ਹੈ। ਦੇਖੋ ਪਹਿਲਾਂ ਪਾਣੀ ਪੀ ਲਓ ਜੀ, ਫਿਰ ਚਾਹ ਪੀ ਲਓ। ਇਹਦੇ ਵਾਕ ਦੇ ਵਿੱਚ ਆਪਾਂ ਦੇਖਦੇ ਹਾਂ ਜਿਹੜਾ ਹੈਗਾ ਜੀ ਪੀ ਲਓ ਉਹ ਕੀ ਹੈ, ਕਿਰਿਆ ਹੈ। ਠੀਕ ਹੈ। ਜਦੋਂ ਕਿ ਜਿਹੜਾ ਪਾਣੀ ਅਤੇ ਚਾਹ ਹੈ ਇਹ ਦੋਨੇ ਕੀ ਹਨ ਜੀ, ਇਹ ਦੋਨੇ ਕਰਮ ਹਨ। ਸੋ ਅੱਗੇ ਆਪਾਂ ਦੂਸਰੀ ਵੰਡ ਵੱਲ ਚੱਲਦੇ ਹਾਂ ਜੀ। ਦੂਸਰੀ ਵੰਡ ਦੇਖੋ ਸਾਡੇ ਕੋਲ ਹੈਗੀ ਹੈ ਜੀ, ਜਿਹੜੀ ਹੈਗੀ ਹੈ ਸਧਾਰਨ ਕਿਰਿਆ। ਸਧਾਰਨ ਕਿਰਿਆ, ਜਦੋਂ ਕਿਸੇ ਵਾਕ ਦੇ ਵਿੱਚ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਹੀ ਹੋਵੇ, ਕਰਤਾ ਆਪ ਹੀ ਕੰਮ ਕਰ ਰਿਹਾ ਹੋਵੇ, ਭਾਵ ਕਿਰਿਆ ਨਾਲ ਕੋਈ ਸੰਬੰਧਕ ਨਾ ਲੱਗਾ ਹੋਵੇ। ਜੋ ਕਿਰਿਆ ਹੋ ਰਹੀ ਹੈ ਉਹਦੇ ਨਾਲ ਕੋਈ ਸੰਬੰਧਕ ਸਾਨੂੰ ਨਜ਼ਰ ਨਾ ਆਵੇ, ਉਸ ਕਿਰਿਆ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ। ਮੈਂ ਚਿੱਠੀ ਲਿਖੀ ਹੈ। ਦੇਖੋ ਮੈਂ ਚਿੱਠੀ ਲਿਖੀ ਹੈ, ਇਸ ਵਾਕ ਦੇ ਵਿੱਚ ਚਿੱਠੀ ਲਿਖਣ ਵਾਲਾ ਜਿਹੜਾ ਕਰਤਾ ਹੈ ਉਹ ਆਪ ਹੀ ਹੈ। ਇਸ ਕਰਕੇ ਜਿਹੜੀ ਕਿਰਿਆ ਹੈ ਜੀ ਉਹ ਸਧਾਰਨ ਕਿਰਿਆ ਹੈ। ਜਦੋਂ ਕਿਸੇ ਵਾਕ ਵਿੱਚ ਕਿਰਿਆ ਨਾਲ ਲੁਪਤ ਜਾਂ ਪ੍ਰਗਟ ਰੂਪ ਸੰਬੰਧਕ ਨਾ ਹੋਵੇ। ਦੇਖੋ ਸੰਬੰਧਕ ਜਿਹੜੇ ਹੁੰਦੇ ਨੇ ਅਤੇ ਯੋਜਕ, ਇਹ ਦੋ ਮਤਲਬ ਜੋ ਵਾਕ ਦੇ ਸ਼ਬਦਾਂ ਨੂੰ ਜੋੜਨ ਦਾ ਕੰਮ ਕਰਦੇ ਨੇ ਜੀ। ਬੇਸ਼ੱਕ ਇਹ ਦੋਨੇ ਅਲੱਗ-ਅਲੱਗ ਨੇ, ਯੋਜਕ ਅਲੱਗ ਹੁੰਦੇ ਨੇ, ਸੰਬੰਧਕ ਅਲੱਗ ਹੁੰਦੇ ਨੇ। ਆਪਾਂ ਆਉਣ ਵਾਲੇ ਸਮੇਂ ਵਿੱਚ ਕਰਾਂਗੇ ਜੀ ਕੀ ਫਰਕ ਹੁੰਦਾ ਇਹਨਾਂ ਵਿੱਚ। ਸੋ ਇਸ ਕਿਰਿਆ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ। ਤੁਸੀਂ ਯਾਦ ਰੱਖਣਾ ਹੈ, ਜਦੋਂ ਵਾਕ ਦੇ ਵਿੱਚ ਜਿਹੜਾ ਕਰਤਾ ਹੁੰਦਾ ਆਪ ਹੀ ਕੰਮ ਕਰ ਰਿਹਾ ਹੋਵੇ ਅਤੇ ਉਹਦੇ ਵਿੱਚ ਕੋਈ ਸੰਬੰਧਕ ਵੀ ਸਾਨੂੰ ਨਜ਼ਰ ਨਾ ਆ ਰਿਹਾ ਹੋਵੇ, ਉਸ ਨੂੰ ਕੀ ਕਹਿੰਦੇ ਹਨ ਜੀ, ਸਧਾਰਨ ਕਿਰਿਆ ਕਹਿੰਦੇ ਹਨ। ਅਗਲਾ ਕੀ ਹੈ ਸਾਡੇ ਕੋਲੇ, ਪ੍ਰੇਰਨਾਰਥਕ ਕਿਰਿਆ। ਪ੍ਰੇਰਨਾਰਥਕ, ਜਦੋਂ ਵਾਕ ਦੇ ਵਿੱਚ ਜਿਹੜਾ ਕਰਤਾ ਹੈ ਉਹ ਕਿਸੇ ਤੋਂ ਕੰਮ ਕਰਵਾ ਰਿਹਾ ਹੋਵੇ। ਠੀਕ ਹੈ। ਕਿਸੇ ਤੋਂ ਕੰਮ ਕਰਵਾ ਰਿਹਾ ਹੋਵੇ ਉਹਨੂੰ ਪ੍ਰੇਰਨਾਰਥਕ ਕਿਰਿਆ ਕਹਿੰਦੇ ਹਨ। ਜਦੋਂ ਕਿਸੇ ਵਾਕ ਵਿੱਚ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਨਾ ਹੋਵੇ, ਉਹ ਕਿਰਿਆ ਪ੍ਰੇਰਨਾ ਦੇ ਕੇ ਕਿਸੇ ਹੋਰ ਤੋਂ ਕਰਾ ਰਿਹਾ ਹੋਵੇ ਤਾਂ ਉਸ ਨੂੰ ਪ੍ਰੇਰਨਾਰਥਕ ਕਿਰਿਆ ਦਾ ਨਾਮ ਦਿੱਤਾ ਜਾਂਦਾ ਹੈ। ਜਿਵੇਂ ਇਹ ਕੰਮ ਸੁਰਜੀਤ ਨੇ ਕਰਵਾਉਣਾ ਹੈ, ਅਧਿਆਪਕ ਵਿਦਿਆਰਥੀਆਂ ਤੋਂ ਕਾਪੀ 'ਤੇ ਕੰਮ ਕਰਵਾ ਰਿਹਾ ਹੈ। ਦੇਖੋ ਇਹਨਾਂ ਦੋਨਾਂ ਵਾਕਾਂ ਦੇ ਵਿੱਚੋਂ ਪਹਿਲੇ ਵਿੱਚ ਦੇਖੋ ਸੁਰਜੀਤ ਜੋ ਹੈ ਉਹ ਕਿਸੇ ਤੋਂ ਕੰਮ ਕਰਵਾ ਰਿਹਾ ਹੈ ਅਤੇ ਦੂਸਰੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਅਧਿਆਪਕ ਹੈ ਉਹ ਜਿਹੜਾ ਕੰਮ ਹੈ ਉਹ ਵਿਦਿਆਰਥੀਆਂ ਤੋਂ ਕਰਵਾ ਰਿਹਾ ਹੈ, ਯਾਨੀ ਕਿ ਪ੍ਰੇਰਨਾ ਦੇ ਕੇ ਕੰਮ ਕਰਾ ਰਿਹਾ। ਆਪਾਂ ਪੰਜਾਬੀ ਸਧਾਰਨ ਸ਼ਬਦਾਂ 'ਚ ਕਹੀਏ ਕਿ ਉਹ ਪ੍ਰੇਰਨਾ ਦੇ ਕੇ ਉਹਨਾਂ ਨੂੰ ਪ੍ਰੇਰਿਤ ਕਰਕੇ ਕੰਮ ਕਰਾ ਰਿਹਾ ਹੈ। ਅੱਗੇ ਵਿਦਿਆਰਥੀਓ ਜੋ ਅਗਲੀ ਕਿਸਮ ਇਹਦੇ ਵਿੱਚ ਆਉਂਦੀ ਹੈ ਉਹ ਆਉਂਦੀ ਹੈ ਦੋਹਰੀ ਪ੍ਰੇਰਨਾਰਥਕ ਕਿਰਿਆ। ਜਦੋਂ ਵਾਕ ਦੇ ਵਿੱਚ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਕੰਮ ਕਿਸੇ ਤੀਸਰੇ ਤੋਂ ਕਰਾ ਰਿਹਾ ਹੋਵੇ। ਧਿਆਨ ਨਾਲ ਸਮਝੋ ਮੇਰੀ ਗੱਲ। ਜਦੋਂ ਵਾਕ ਦੇ ਵਿੱਚ ਜਿਹੜਾ ਕਰਤਾ ਹੈ ਉਹ ਕਿਸੇ ਨੂੰ ਪ੍ਰੇਰਨਾ ਦੇ ਕੇ ਕੰਮ ਕਿਸੇ ਤੀਸਰੇ ਤੋਂ ਕਰਵਾ ਰਿਹਾ ਹੋਵੇ, ਉਸ ਨੂੰ ਦੋਹਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਦੇਖੋ ਪਿਤਾ ਜੀ ਮੇਰੇ ਲਈ ਦਰਜੀ ਤੋਂ ਇੱਕ ਨਵੀਂ ਵਰਦੀ ਸਿਲਵਾ ਦਿਓ। ਦੇਖੋ ਇਹਦੇ ਵਿੱਚ ਜੀ ਜੋ ਹੈ ਆਪਾਂ ਦੇਖਦੇ ਹਾਂ ਕਿ ਪਿਤਾ ਜੀ ਮੇਰੇ ਲਈ ਦਰਜੀ ਤੋਂ ਇੱਕ ਨਵੀਂ ਵਰਦੀ ਸਿਲਵਾ, ਯਾਨੀ ਕਿ ਥਰਡ ਪਰਸਨ ਤੋਂ ਕੰਮ ਕਰਵਾਉਣ ਦੀ ਆਪਾਂ ਗੱਲ ਕਰ ਰਹੇ ਹਾਂ। ਇਸ ਕਰਕੇ ਇਸ ਨੂੰ ਦੋਹਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਸੋ ਅਗਲੀ ਤੀਸਰੀ ਵੰਡ 'ਤੇ ਆਉਂਦੇ ਹਾਂ ਜੀ ਆਪਾਂ, ਇਕੈਰੀ ਕਿਰਿਆ ਅਤੇ ਸੰਯੁਕਤ ਕਿਰਿਆ। ਦੇਖੋ ਇਕੈਰੀ ਕਿਰਿਆ, ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੀ ਹੋਵੇ ਉਸ ਨੂੰ ਇਕੈਰੀ ਕਹਿ ਦਿੱਤਾ ਜਾਂਦਾ ਹੈ। ਜਿਵੇਂ ਦੇਖੋ ਤੂੰ ਕਿਤਾਬ ਪੜ੍ਹ, ਹੁਣ ਪੜ੍ਹ ਹੈ, ਦੇਖੋ ਉਹਦੇ ਨਾਲ ਕੋਈ ਸਹਾਇਕ ਕਿਰਿਆ ਜਾਂ ਸੰਸਰਗੀ ਕਿਰਿਆ ਸਾਨੂੰ ਨਜ਼ਰ ਨਹੀਂ ਆ ਰਹੀ ਹੈਗੀ। ਇਸ ਕਰਕੇ ਜੀ ਇਹ ਕੀ ਹੈ, ਇੱਕ ਇਕੈਰੀ ਕਿਰਿਆ ਹੈ। ਅੱਗੇ ਦੇਖੋ ਕੀ ਹੈ, ਰਾਮ ਸੇਵ ਖਾ। ਹੁਣ ਜਿਹੜਾ ਇਹ ਸੇਵ ਖਾ ਹੈ, ਦੇਖੋ ਰਾਮ ਸੇਵ ਖਾ, ਇਹ
राम की है जी करता है, सेब की ਉਹਦਾ कर्म है, खाना की है क्रिया है। पर ਇਹ 'ਚ ਸਾਨੂੰ ਕੋਈ ਸਹਾਇਕ ਜਾਂ ਸੰਸਰਗੀ ਕਿਰਿਆ ਵਗੈਰਾ ਨਜ਼ਰ ਨਹੀਂ ਪਿੱਛੇ ਆ ਰਹੀ ਹੈਗੀ, ਇਸ ਲਈ ਜੀ ਇਹ ਕੀ ਹੈ, ਅਕਹਿਰੀ ਕਿਰਿਆ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸੰਯੁਕਤ ਕਿਰਿਆ। ਸੰਯੁਕਤ ਕਿਰਿਆ ਦੇ ਵਿੱਚ ਕੀ ਹੁੰਦਾ ਹੈ, ਜਦੋਂ ਜਿਹੜੀ ਕਿਰਿਆ ਹੈਗੀ ਹੈ ਨਾ ਉਹ ਦੋ ਜਾਂ ਦੋ ਤੋਂ ਵਧੇਰੇ ਸ਼ਬਦਾਂ ਦੇ ਇਕੱਠ ਦੇ ਨਾਲ ਪ੍ਰਗਟ ਹੋ ਰਹੀ ਹੋਵੇ। ਜਦੋਂ ਕਿਸੇ ਵਾਕ ਦੇ ਵਿੱਚ ਕਿਰਿਆ ਦਾ ਰੂਪ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਦੇ ਨਾਲ, ਜਦੋਂ ਇੱਕ ਤੋਂ ਵਧੇਰੇ ਸ਼ਬਦ ਜੁੜ ਕੇ ਕਿਰਿਆ ਨੂੰ कर रहे होण ਤਾਂ ਉਸ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ। ਜਿਵੇਂ ਅੰਦਰ ਆਉਣ ਤੋਂ ਪਹਿਲਾਂ ਘੰਟੀ ਵਜਾ ਦਿਆ ਕਰ, ਵਜਾ ਦਿਆ ਕਰ। ਦੇਖੋ ਇਹ ਕਿਰਿਆ ਤਾਂ ਕੋਈ ਹੈ, ਪਰ ਇਹ 'ਚ ਦੇਖੋ ਅਲੱਗ-ਅਲੱਗ ਕਿਰਿਆਵਾਂ ਜੁੜ ਕੇ ਇਸ ਨੂੰ ਪੂਰਾ ਕਰ ਰਹੀਆਂ ਹਨ। ਇਸ ਵਾਕ ਦੇ ਵਿੱਚ ਕਿਰਿਆ ਇੱਕ ਤੋਂ ਜ਼ਿਆਦਾ ਸ਼ਬਦਾਂ ਦੇ ਸੰਯੋਗ ਨਾਲ ਬਣੀ ਹੈ, ਇਸ ਕਰਕੇ ਇਹ ਕੀ ਹੈ ਜੀ, ਸੰਯੁਕਤ ਕਿਰਿਆ ਹੈ। ਸੋ ਅੱਗੇ ਆਪਾਂ ਪੜ੍ਹਦੇ ਹਾਂ ਜੀ ਚੌਥੀ ਵੰਡ। ਜਿਹੜੀ ਚੌਥੀ ਵੰਡ ਹੁੰਦੀ ਹੈ ਜੀ ਉਹਦੇ ਵਿੱਚ ਸਾਨੂੰ ਕੀ ਨਜ਼ਰ ਆਉਂਦਾ ਹੈ, ਮੂਲ ਕਿਰਿਆ। ਮੂਲ ਕਿਰਿਆ ਜਿਸ ਵਿੱਚ ਵਿਦਿਆਰਥੀ ਦੇਖੋ ਕੀ ਹੁੰਦਾ, ਅਤੇ ਦੂਸਰੀ ਹੈ ਸਹਾਇਕ ਕਿਰਿਆ। ਮੂਲ ਕਿਰਿਆ ਅਤੇ ਸਹਾਇਕ ਕਿਰਿਆ ਬਿਲਕੁਲ ਆਸਾਨ ਹੈ ਜੀ। ਇਹ ਦੇਖੋ ਮਾਸਟਰ ਜੀ ਕੁਰਸੀ ਉੱਤੇ ਬੈਠੇ ਹਨ, ਜਿਹੜੇ ਇਹ 'ਚ ਵਿਦਿਆਰਥੀ ਬੈਠਾ ਸ਼ਬਦ ਆ ਗਿਆ ਨਾ, ਉਹ ਮੂਲ ਕਿਰਿਆ ਹੈ, ਪਹਿਲੀ ਕਿਰਿਆ ਹੈ, ਮੂਲ ਕਿਰਿਆ ਹੈ, ਮੁੱਖ ਕਿਰਿਆ ਹੈ। ਉਹ ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹਨ, ਦੇਖੋ ਪਾਉਣਾ ਕਿਰਿਆ ਹੈ, ਅਤੇ ਜੀ ਇਹ ਵੀ ਕੀ ਹੈ, ਮੂਲ ਕਿਰਿਆ ਹੈ, ਇਹ ਮੁੱਖ ਕਿਰਿਆ ਹੈ ਇਹਦੇ ਵਿੱਚ, ਹੈ ਨਾ। ਅਤੇ ਜਿਹੜੀ ਪਿੱਛੇ ਹਨ ਅਤੇ ਸਨ ਹੈ ਉਹ ਕੀ ਹਨ ਜੀ, ਸਹਾਇਕ ਕਿਰਿਆਵਾਂ ਹਨ। ਯਾਦ ਰੱਖਿਓ, ਹਨ ਅਤੇ ਸਨ ਕੀ ਹਨ ਜੀ, ਸਹਾਇਕ ਕਿਰਿਆਵਾਂ ਹਨ। ਅਤੇ ਜਿਹੜਾ ਹੈਗਾ ਦੇਖੋ ਬੈਠੇ ਅਤੇ ਪਾਉਂਦੇ ਕੀ ਹੈ, ਮੂਲ ਕਿਰਿਆ ਹੈ। ਮਾਸਟਰ ਜੀ ਕੁਰਸੀ ਉੱਤੇ ਬੈਠੇ ਹਨ, ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹਨ। ਇਸ ਵਾਕ ਦੇ ਵਿੱਚ ਬੈਠੇ ਹਨ, ਪਾਉਂਦੇ ਹਨ, ਇਹ ਕੀ ਹਨ ਜੀ, ਕਿਰਿਆਵਾਂ ਹਨ। ਪਰ ਇਹਦੇ ਵਿੱਚ ਜਿਹੜੇ ਬੈਠੇ ਹਨ ਅਤੇ ਪਾਉਂਦੇ ਹਨ, ਉਹ ਬੈਠੇ ਅਤੇ ਪਾਉਂਦੇ ਹਨ ਮੂਲ ਕਿਰਿਆ, ਮੁੱਖ ਕਿਰਿਆ, ਅਤੇ ਜੋ ਹਨ ਅਤੇ ਸਨ ਹਨ ਉਹ ਕੀ ਹਨ ਜੀ, ਸਹਾਇਕ ਕਿਰਿਆ ਹਨ। ਠੀਕ ਹੈ ਜੀ। ਸੋ ਇਸ ਕਰਕੇ ਤੁਸੀਂ ਯਾਦ ਰੱਖਿਓ ਜੀ। ਅੱਗੇ ਇੰਪੋਰਟੈਂਟ ਸਾਡੇ ਕੋਲ ਆਉਂਦਾ ਹੈ ਸੰਸਰਗੀ ਕਿਰਿਆ ਕੀ ਹੁੰਦੀ ਹੈ ਜੀ। ਸੰਸਰਗੀ ਕਿਰਿਆ ਦੇ ਬਾਰੇ ਆਪਾਂ ਜਾਣ ਲੈਂਦੇ ਹਾਂ ਇੱਕ ਵਾਰੀ। ਅਤੇ ਦੇਖੋ ਵਾਕ ਸੰਸਰਗੀ ਕਿਰਿਆ ਹੁੰਦੀ ਹੈ, ਵਾਕ ਜਿਸ ਵਾਕ ਵਿੱਚ ਹੈ, ਸੀ ਆਦਿ ਇਕੱਲਾ ਹੀ ਸ਼ਬਦ ਦੀ ਵਿੱਚ ਕਿਰਿਆ ਦੀ ਭੂਮਿਕਾ ਨਿਭਾ ਰਿਹਾ ਹੋਵੇ ਉਸ ਨੂੰ ਸੰਸਰਗੀ ਕਿਰਿਆ ਕਿਹਾ ਜਾਂਦਾ। ਜਿਵੇਂ ਮੋਹਨ ਆਲਸੀ ਹੈ। ਹੁਣ ਦੇਖੋ ਜਿਹੜਾ ਆਲਸੀ ਹੈ, ਜਿਹੜਾ ਹੈ ਸ਼ਬਦ ਆ ਰਿਹਾ ਹੈ ਉਹ ਕਿਰਿਆ ਹੈ, ਪਰ ਉਹ ਸੰਸਰਗੀ ਕਿਰਿਆ ਹੈ। ਰਾਮ ਚੁਸਤ ਹੈ, ਰਾਮ ਚੁਸਤ ਹੈ, ਜਿਹੜਾ ਹੈ ਅਤੇ ਸੀ ਹਨ ਇਹ ਹਨ ਸੰਸਰਗੀ ਕਿਰਿਆ, ਕਿਉਂਕਿ ਇਹ ਵਾਕ ਦੇ ਵਿੱਚ ਇਕੱਲੇ ਸ਼ਬਦ ਹੀ ਕਿਰਿਆ ਦੀ ਭੂਮਿਕਾ ਨੂੰ ਅਦਾ ਕਰ ਰਹੇ ਹਨ, ਕਿਰਿਆ ਦੀ ਭੂਮਿਕਾ ਨੂੰ ਨਿਭਾਉਣ ਦੇ ਵਿੱਚ ਸਮਰੱਥ ਹਨ। ਇਸ ਕਰਕੇ ਇਹਨਾਂ ਨੂੰ ਜੋ ਹੈ ਸੰਸਰਗੀ ਕਿਰਿਆ ਦਾ ਨਾਮ ਦਿੱਤਾ ਗਿਆ ਹੈ। ਅੱਗੇ ਕੀ ਆ ਗਿਆ ਵਿਦਿਆਰਥੀਓ, ਸਹਾਇਕ ਕਿਰਿਆ। ਦੇਖੋ ਸਹਾਇਕ ਕਿਰਿਆ ਕਿਹੜੀ ਹੁੰਦੀ ਹੈ ਜੀ, ਜਦੋਂ ਹੈ, ਸੀ ਅਤੇ ਜਾਂ ਫਿਰ ਇਹਨਾਂ ਵਰਗੇ ਹੋਰ ਸ਼ਬਦਾਂ ਰੂਪਾਂ ਦੇ ਨਾਲ ਚਾਹੀਦਾ ਹੋਵੇ ਵਗੈਰਾ ਵਗੈਰਾ ਇਹ ਸ਼ਬਦ ਸਕਦਾ ਹੋਵੇ, ਇਹ ਅਜਿਹੇ ਸ਼ਬਦ ਆ ਕੇ ਜੋ ਹੈ ਕਿਰਿਆ ਨੂੰ ਪੂਰਾ ਕਰ ਰਹੇ ਹੋਣ। ਜਦੋਂ ਹੈ, ਸੀ ਅਤੇ ਇਹਨਾਂ ਦੇ ਨਾਲ ਹੋਰ ਰੂਪ ਚਾਹੀਦਾ, ਸਕਦਾ, ਅਕਰਮਕ ਜਾਂ ਸਕਰਮਕ ਕਿਰਿਆ ਦਾ ਕੋਈ ਵੀ ਕੰਮ ਕਰਨ ਤਾਂ ਉਸ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ। ਜਿਵੇਂ ਦੇਖੋ ਮੈਂ ਤਰ ਸਕਦਾ ਹਾਂ, ਜਿਹੜਾ ਹੁਣ ਦੇਖੋ ਇਹ ਸਕਦਾ ਹਾਂ, ਮੈਂ ਤਰ ਹਾਂ, ਇਹ ਤਾਂ ਹੋ ਨਹੀਂ ਨਾ ਸਕਦਾ, ਇਹ ਸਕਦਾ ਹਾਂ ਜਿਹੜਾ ਹੈਗਾ ਜੀ, ਅਤੇ ਮੈਂ ਪੜ੍ਹਨਾ, ਤੁਹਾਨੂੰ ਪੜ੍ਹਨਾ ਚਾਹੀਦਾ ਹੈ। ਇਹਦੇ ਵਿੱਚ ਜਿਹੜਾ ਸਕਦਾ ਹਾਂ ਅਤੇ ਚਾਹੀਦਾ ਹਾਂ ਇਹ ਜੋ ਹਨ ਇਹ ਸਹਾਇਕ ਕਿਰਿਆਵਾਂ ਦਾ ਰੋਲ ਅਦਾ ਕਰ ਰਹੀਆਂ ਹਨ। ਜਦੋਂ ਵਾਕ ਦੇ ਅੰਤ ਵਿੱਚ ਹੈ, ਸੀ ਵਗੈਰਾ ਇਕੱਲਾ ਹੀ ਹੋਵੇ ਜੀ ਅਤੇ ਵਾਕ ਨੂੰ ਉਹ ਪੂਰਾ ਮਤਲਬ ਅਰਥ ਪ੍ਰਗਟ ਕਰ ਰਿਹਾ ਹੋਵੇ, ਫਿਰ ਉਹ ਸੰਸਰਗੀ ਕਿਰਿਆ ਬਣ ਜਾਂਦਾ ਹੈ। ਪਰ ਉਰੇ ਆਪਾਂ ਕੀ ਦੇਖਦੇ ਹਾਂ ਜੀ, ਵਾਕ ਦੇ ਵਿੱਚ ਜੋ ਹੈ ਸਹਾਇਕ ਕਿਰਿਆ, ਸੰਸਰਗੀ ਕਿਰਿਆ ਤੋਂ ਪਹਿਲਾਂ ਇੱਕ ਸਹਾਇਕ ਕਿਰਿਆ ਆ ਰਹੀ ਹੈ ਅਤੇ ਉਸ ਵਾਕ ਨੂੰ ਪੂਰਾ ਕਰ ਰਹੀ ਹੈ। ਅਗਲਾ ਸਾਡੇ ਕੋਲ ਜੋ ਆਉਂਦਾ ਹੈ ਜੀ ਸਭ ਤੋਂ ਇੰਪੋਰਟੈਂਟ, ਉਹ ਹੈਗਾ ਵਾਚ। ਦੇਖੋ ਵਾਚ ਦਾ ਮਤਲਬ ਹੁੰਦਾ ਡਿਫਰੈਂਸ, ਭਾਵ ਕਿ ਕਿਰਿਆ ਦੇ ਉਸ ਭੇਦ ਨੂੰ ਵਾਚ ਆਖਦੇ ਹਨ ਜੋ ਸਾਨੂੰ ਦੱਸਦਾ ਹੈ ਕਿ ਵਾਕ ਦਾ ਵਿਸ਼ਾ ਜਾਂ ਤਾਂ ਕਿਰਿਆ ਦਾ ਹੈ ਜਾਂ ਫਿਰ ਕਰਮ ਦਾ ਹੈ। ਜੋ ਸਾਨੂੰ ਇਹ ਦੱਸੇ ਕਿ ਵਾਕ ਦਾ ਵਿਸ਼ਾ ਕਿਰਿਆ ਦਾ ਹੈ, ਵਾਕ ਦਾ ਵਿਸ਼ਾ ਜਾਂ ਤਾਂ ਕਿਰਿਆ ਦਾ ਹੈ, ਕਰਤਾ ਹੈ ਜਾਂ ਕਰਮ ਹੈ, ਵਾਚ ਉਹਨੂੰ ਵਾਚ ਕਿਹਾ ਜਾਂਦਾ ਹੈਗਾ ਜੀ। ਠੀਕ ਹੈ। ਦੇਖੋ ਉਰੇ ਇੱਕ ਆਉਂਦਾ ਸਾਡੇ ਕੋਲ ਕਰਤਰੀ ਵਾਚ, ਇੱਕ ਹੁੰਦਾ ਕਰਮਣੀ ਵਾਚ। ਕਰਤਰੀ ਭਾਵ ਕਰਤੇ ਲਈ ਅਤੇ ਕਰਮਣੀ ਜੋ ਕੰਮ ਜਿਸ ਉੱਤੇ ਕੰਮ ਹੋ ਰਿਹਾ ਉਹਦੇ ਲਈ। ਮੈਂ ਦੁਬਾਰਾ ਇੱਕ ਵਾਰ ਰਿਪੀਟ ਕਰ ਰਿਹਾ ਜੀ, ਕਿਰਿਆ ਦੇ ਉਸ ਭੇਦ ਨੂੰ ਵਾਚ ਆਖਦੇ ਹਨ ਜੋ ਇਹ ਦੱਸੇ ਕਿ ਵਾਕ ਦਾ ਵਿਸ਼ਾ ਜਾਂ ਤਾਂ ਕਿਰਿਆ ਦਾ ਕਰਤਾ ਹੈ ਜਾਂ ਕਰਮ ਹੈ। ਭਾਵ ਜਿਹੜਾ ਵਾਕ ਦੇ ਵਿੱਚ ਇੱਕ ਪੂਰਾ ਵਾਕ ਲਿਖਿਆ ਹੈ ਉਹਦਾ ਵਿਸ਼ਾ ਕਰਤਾ ਹੈ ਜਾਂ ਫਿਰ ਕਰਮ ਹੈ, ਵੀ ਉਹਦਾ ਮੁੱਖ ਵਿਸ਼ਾ ਕਰਤਾ ਹੈ ਜਾਂ ਫਿਰ ਕਰਮ ਹੈ, ਉਹਨਾਂ 'ਚੋਂ ਕਿਹੜਾ ਹੈ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਜੀ ਵਾਚ। ਵਾਚ ਮੈਂ ਨਾ ਡਿਫਰੈਂਸ ਕੀ ਹੈ ਜੀ, ਪਹਿਲਾਂ ਆ ਗਿਆ ਤਾਂ ਕਰਤਰੀ ਵਾਚ। ਥੋੜ੍ਹਾ ਮੈਂ ਸਪੀਡ ਤੇਜ਼ ਕਰਨ ਲੱਗਿਆ ਜੀ ਕਿਉਂਕਿ ਸਮਾਂ ਵੀਡੀਓ ਜ਼ਿਆਦਾ ਲੰਬੀ ਫਿਰ ਅਪਲੋਡ ਨਹੀਂ ਹੁੰਦੀ ਹੈਗੀ।
सब तो पहले साडे कोल आ गया जी करतरी। देखो करतरी का मतलब की हुंदा करता, ठीक है जी, करता। जदों वाक का विशा करता होवे, जदों वाक का विशा करता होवे उस क्रिया नूं दा धातु जो हुंदा है वो करतरीवाच कहा जाता है। उसनूं जिवें मैं लिखदा हाँ, इस वाक दे विच करता मैं है अते क्रिया लिखदा है। इस वाक का शब्द का धातु जिहड़ा लिख है वो की है जी करतरीवाच है, ठीक है जी। सो करतरीवाच जदों वाक का विशा करता होवे, आपां जिवें उपर पहलां देखिया है। ਅਤੇ ਇਹਦੇ ਉਲਟ ਕਰਮਣੀ ਵਿੱਚ ਕੀ ਹੁੰਦਾ ਹੈ, ਜਦੋਂ ਵਾਕ ਦਾ ਵਿਸ਼ਾ ਕਰਮ ਹੋਵੇ ਤਾਂ ਉਸ ਨੂੰ ਉਸ ਦੀ ਕਿਰਿਆ ਜਾਂ ਉਸ ਦਾ ਜਿਹੜਾ ਧਾਤੂ ਹੁੰਦਾ ਹੈ ਉਹ ਕਰਮਣੀਵਾਚ ਹੁੰਦੇ ਹਨ। ਜਿਵੇਂ ਚਿੱਠੀ ਮੇਤੋਂ ਲਿਖੀ ਗਈ, ਇਸ ਵਾਕ ਦੇ ਵਿੱਚ ਜਿਹੜਾ ਕੰਮ ਹੈ ਚਿੱਠੀ ਉੱਤੇ ਹੋਇਆ ਹੈ, ਇਸ ਲਈ ਚਿੱਠੀ ਕੀ ਹੈ ਕਰਮ ਹੈ ਅਤੇ ਲਿਖੀ ਕੀ ਹੈ ਜੀ ਕਿਰਿਆ ਹੈ। ਉਸ ਦਾ ਧਾਤੂ ਲਿਖੀ ਗਈ ਕਰਮਣੀਵਾਚ ਹੈ। ਆਪਾਂ ਇੱਕ ਡਿਫਰੈਂਸ ਨਾਲ ਦੇਖਦੇ ਹਾਂ, ਫਿਰ ਤੁਹਾਨੂੰ ਪਤਾ ਲੱਗ ਜੂਗਾ ਜੀ। ਇਹ ਡਿਫਰੈਂਸ ਨੂੰ ਸਾਰਾ ਕੁਝ ਸਮਝਾ ਦੂਗਾ ਨੂੰ। ਸੋ ਇਸੇ ਕਰਕੇ ਮੈਂ ਪਹਿਲਾਂ ਉਸ 'ਤੇ ਜ਼ਿਆਦਾ ਜ਼ੋਰ ਨਹੀਂ ਪਾਇਆ। ਕਰਤਰੀਵਾਚ ਅਤੇ ਕਰਮਣੀਵਾਚ ਦੇ ਉਦਾਹਰਨਾਂ ਦੇਖੋ ਕੀ ਹੈ। ਜਿਵੇਂ ਉਰੇ ਦੇਖੋ ਪਹਿਲਾਂ ਕਰਤਰੀ ਦੀ ਆਪਾਂ ਗੱਲ ਕਰਦੇ ਹਾਂ, ਅਸੀਂ ਇਹ ਕੰਮ ਨਹੀਂ ਕਰ ਸਕਦੇ, ਅਸੀਂ ਇਹ ਕੰਮ ਨਹੀਂ ਕਰ ਸਕਦੇ। ਇਹ 'ਚ ਜਿਹੜਾ ਹੈਗਾ ਵਾਚ ਹੈ ਉਹ ਕਰਤਾ ਹੈ, ਕਰਤਰੀ ਹੈ। ਦੂਸਰੇ ਪਾਸੇ ਆਪਾਂ ਰੈੱਡ ਵਿੱਚ ਲਿਖਿਆ ਹੈ ਦੇਖੋ, ਇਹ ਕੰਮ ਸਾਥੋਂ ਨਹੀਂ ਹੁੰਦਾ। ਉਰੇ ਆਪਾਂ ਕੰਮ ਉੱਤੇ ਜ਼ੋਰ ਦੇ ਰਹੇ ਹਾਂ ਜ਼ਿਆਦਾ, ਦੇਖੋ ਕੰਮ ਉੱਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ ਆਪਾਂ, ਇਹ ਕਰਮ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਅਸ਼ੋਕ ਭਾਰਤ ਉੱਤੇ ਰਾਜ ਕਰਦਾ ਸੀ, ਭਾਰਤ ਉੱਤੇ ਅਸ਼ੋਕ ਵੱਲੋਂ ਰਾਜ ਕੀਤਾ ਗਿਆ। ਡਾਕੂ ਪਿੰਡ ਨੂੰ ਲੁੱਟ ਚੁੱਕੇ ਹਨ, ਪਿੰਡ ਡਾਕੂਆਂ ਕੋਲੋਂ ਲੁੱਟਿਆ ਜਾ ਚੁੱਕਿਆ ਹੈ। ਕੁੜੀਆਂ ਰੱਸਾ ਟੱਪਦੀਆਂ ਹਨ, ਰੱਸਾ ਕੁੜੀਆਂ ਤੋਂ ਟੱਪਿਆ ਜਾਂਦਾ ਹੈ, ਠੀਕ ਹੈ ਜੀ। ਸੋ ਇਹ ਉਸੇ ਤਰ੍ਹਾਂ ਹੀ ਹੋ ਗਿਆ। ਦੇਖੋ ਇਹ ਸਾਨੂੰ ਦੱਸ ਰਹੇ ਨੇ, ਇਹ ਵਾਚ ਇਹ ਇੱਕ ਭੇਦ ਹੈ ਜਿਹੜਾ ਸਾਨੂੰ ਦੱਸ ਰਿਹਾ ਹੈ ਵੀ ਜਿਹੜਾ ਵਾਕ ਦਾ ਵਿਸ਼ਾ ਹੈ ਉਹ ਕਿਰਿਆ ਦਾ ਕਰਤਾ ਹੈ ਜਾਂ ਫਿਰ ਕਰਮ ਹੈ, ਕੀ ਹੈ ਨਾ ਦੋਨਾਂ ਦੇ ਵਿੱਚੋਂ, ਠੀਕ ਹੈ ਜੀ। ਇਹ ਸਾਨੂੰ ਇਹ ਚੀਜ਼ ਦੱਸਦਾ, ਇਹਨੂੰ ਅਸੀਂ ਵਾਚ ਕਹਿੰਦੇ ਹਾਂ। ਸੋ ਅੱਗੇ ਆਪਾਂ ਪੜ੍ਹਦੇ ਹਾਂ ਜੀ ਅਗਲੇ ਟੌਪਿਕ 'ਤੇ। ਅਗਲਾ ਸਾਡੇ ਕੋਲ ਆ ਗਿਆ ਜੀ ਪੂਰਕ। ਪੂਰਕ ਕੀ ਹੁੰਦਾ ਹੈ? ਦੇਖੋ ਜੀ ਜਿਹੜੇ ਸ਼ਬਦ ਜਾਂ ਵਾਕਾਂਸ਼ ਅਪੂਰਨ ਕਿਰਿਆ ਨਾਲ ਆ ਕੇ ਵਾਕ ਦੇ ਭਾਵ ਨੂੰ ਪੂਰਾ ਕਰਦੇ ਹਨ ਉਹਨੂੰ ਪੂਰਕ ਕਿਹਾ ਜਾਂਦਾ ਹੈ। ਜਿਹੜੇ ਸ਼ਬਦ ਜਾਂ ਵਾਕਾਂਸ਼ ਅਪੂਰਨ ਕਿਰਿਆ ਨਾਲ ਆ ਕੇ, ਦੇਖੋ ਕਿਰਿਆ ਅਪੂਰਨ ਹੈ, ਪੂਰਨ ਨਹੀਂ ਹੈਗੀ ਜੀ, ਇਸ ਕਰਕੇ ਉਹ ਉਹਦੇ ਨਾਲ ਆ ਜਾਂਦੇ ਹਨ ਅਤੇ ਉਸ ਨੂੰ ਪੂਰਕ ਬਣਾ ਦਿੰਦੇ ਹਨ। ਬਾਬਾ ਜੀ ਨੇ ਲੋਕਾਂ ਨੂੰ ਮੂਰਖ ਬਣਾ ਦਿੱਤਾ। ਇਸ ਵਾਕ ਵਿੱਚ ਸ਼ਬਦ ਜਿਹੜਾ ਮੂਰਖ ਹੈ ਉਹ ਪੂਰਕ ਸ਼ਬਦ ਹੈ, ਪੂਰਕ ਸ਼ਬਦ ਹੈ ਕਿਉਂਕਿ ਇਸ ਦੇ ਨਾਲ ਜੇਕਰ ਹੁਣ ਇਹ ਹੋਵੇ ਬਾਬਾ ਜੀ ਨੇ ਲੋਕਾਂ ਨੂੰ ਬਣਾ ਦਿੱਤਾ, ਸਾਨੂੰ ਨਹੀਂ ਪਤਾ ਲੱਗਣਾ ਕੀ ਬਣਾ ਦਿੱਤਾ ਜੀ। ਸੋ ਜਿਹੜਾ ਇਹਦੇ ਵਿੱਚ ਪੂਰਕ ਸ਼ਬਦ ਆਇਆ ਹੈ ਨਾ ਜੀ ਉਹ ਬਾਬਾ ਜੀ ਦਾ ਉਹ ਮੂਰਖ ਹੈ। ਮੂਰਖ ਜਿਹੜਾ ਹੈਗਾ ਪੂਰਕ ਸ਼ਬਦ ਹੈ। ਇਹ ਵੀ ਦੋ ਤਰ੍ਹਾਂ ਦਾ ਹੁੰਦਾ, ਅੱਗੇ ਅੱਗੇ ਪਹਿਲਾਂ ਕਰਤਰੀ ਹੁੰਦਾ ਹੈ ਅਤੇ ਫਿਰ ਕੀ ਹੁੰਦਾ ਹੈ ਜੀ ਕਰਮਣੀ ਹੁੰਦਾ ਹੈ। ਕਰਤਰੀ ਕੀ ਹੁੰਦਾ ਜੀ? ਜੋ ਪੂਰਕ ਅਕਰਮਕ ਕਿਰਿਆ ਦੇ ਹੋਣ, ਜਦੋਂ ਜਿਹੜੇ ਪੂਰਕ ਨੇ ਅਕਰਮਕ ਕਿਰਿਆ ਦੇ ਹੋਣ, ਠੀਕ ਹੈ, ਉਹ ਕਰਤਰੀ ਪੂਰਕ ਹੁੰਦੇ ਹਨ। ਜਿਵੇਂ ਮਹਿੰਦਰ ਹੋ ਗਿਆ, ਵਿੱਚ ਹੋ ਗਿਆ ਹੈ ਨੂੰ ਸੁਰਿੰਦਰ ਸਫਲ ਹੋ ਗਿਆ ਵੀ ਲਿਖੇ ਜਾ ਸਕਦੇ ਹਨ। ਲਿਖਣ ਨਾਲ ਵਾਕ ਦਾ ਜਿਹੜਾ ਭਾਵ ਹੈ ਪੂਰਾ ਹੋ ਜਾਂਦਾ ਹੈ, ਇਸ ਲਈ ਇੱਥੇ ਸਫਲ ਸ਼ਬਦ ਕਰਤਰੀ ਪੂਰਕ ਹੈ। ਦੇਖੋ ਇਹ ਆਪਾਂ ਵਾਕ ਪਰ ਦੁਬਾਰਾ ਪੜ੍ਹ ਕੇ ਦੇਖੋ ਜੀ। ਯਾਨੀ ਕਿ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਇਹ ਸਫਲ ਸ਼ਬਦ ਲੱਗਣ ਨਾਲ ਜਿਹੜਾ ਵਾਕ ਹੈ ਇਹਦਾ ਅਰਥ ਸਾਨੂੰ ਪੂਰਾ ਹੋ ਜਾਂਦਾ ਹੈ। ਅਗਲਾ ਦੂਸਰਾ ਹੈਗਾ ਦੇਖੋ ਕਰਮਣੀ ਪੂਰਕ। ਜੋ ਪੂਰਕ ਸਮਰਕਕ ਸਕਰਮਕ ਕਿਰਿਆ ਦੇ ਹੋਣ, ਸਕਰਮਕ ਕਿਰਿਆ ਦੇ ਹੋਣ ਉਹ ਕਰਮਣੀ ਪੂਰਕ ਅਖਵਾਉਂਦੇ ਹਨ। ਜਿਹੜੇ ਸਕਰਮਕ ਹੋਣ ਉਹ ਜਿਹੜੇ ਹੁੰਦੇ ਹਨ ਕਰਮਣੀ ਪੂਰਕ ਅਖਵਾਉਂਦੇ ਹਨ। ਸਕਰਮਕ ਅਤੇ ਅਕਰਮਕ ਦੇ ਬਾਰੇ ਆਪਾਂ ਪਹਿਲਾਂ ਕਰਕੇ ਹਟੇ ਹਾਂ। ਅਕਰਮਕ ਜੋ ਉੱਪਰ ਆਪਾਂ ਪੜ੍ਹਿਆ ਹੈ ਜੀ ਉਹ ਹੁੰਦਾ ਹੈ ਕਰਮ ਤੋਂ ਬਿਨਾਂ, ਅਤੇ ਜੋ ਸਕਰਮਕ ਹੁੰਦਾ ਹੈ ਉਹ ਹੁੰਦਾ ਹੈ ਜੀ ਕਿਰਿਆ ਦੇ ਨਾਲ, ਕਰਮ ਦੇ ਨਾਲ। ਜਿਹੜਾ ਅਕਰਮਕ ਹੁੰਦਾ ਹੈ ਉਹ ਹੁੰਦਾ ਹੈ ਕਰਮ ਤੋਂ ਬਿਨਾਂ। ਕਿਰਿਆ ਤਾਂ ਹਰ ਇੱਕ ਵਿੱਚ ਹੁੰਦੀ ਹੈ, ਅਕਰਮਕ ਕਰਮ ਤੋਂ ਬਿਨਾਂ ਹੁੰਦਾ ਹੈ ਅਤੇ ਜਿਹੜਾ ਸਕਰਮਕ ਹੁੰਦਾ ਹੈ ਉਹ ਕਰਮ ਦੇ ਨਾਲ ਹੁੰਦਾ ਹੈ। ਕਰਮਣੀ ਜੋ ਪੂਰਕ ਸਕਰਮਕ ਕਿਰਿਆ ਦੇ ਹੋਣ, ਭਾਵ ਉਹਨਾਂ ਦੇ ਵਿੱਚ ਕਰਮ ਹੋਵੇ, ਉਹ ਕਰਮਣੀ ਪੂਰਕ ਹੁੰਦੇ ਹਨ। ਜਿਵੇਂ ਤੁਸੀਂ ਉਹਨਾਂ ਨੂੰ ਚੰਗਾ ਜਾਣਦੇ ਹੋ, ਵਾਕ ਇਸ ਵਿੱਚ ਜਿਹੜਾ ਚੰਗਾ ਹੈ ਉਹ ਕੀ ਹੈ ਜੀ ਕਰਮਣੀ ਪੂਰਕ ਹੈ, ਉਹ ਕਰਮ ਹੈ ਉਹਦਾ। ਅਗਲਾ ਜੀ ਆਪਾਂ ਦੇਖਦੇ ਹਾਂ ਸ਼ਬਦ ਜਿਹੜਾ ਆਉਂਦਾ ਸਾਡੇ ਕੋਲ ਧਾਤੂ। ਧਾਤੂ ਕੀ ਹੁੰਦਾ ਹੈ? ਧਾਤੂ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਤੋਂ ਹਰ ਤਰ੍ਹਾਂ ਦੀਆਂ ਕਿਰਿਆਵਾਂ ਬਣਦੀਆਂ ਹਨ। ਧਾਤੂ ਦੇ ਨਾਲ ਹੀ ਕਿਰਿਆ ਬਣਦੀ ਹੈ। ਜਿਵੇਂ ਦੇਖੋ ਗਿਣ ਹੋ ਗਿਆ, ਖੀੜ ਹੋ ਗਿਆ, ਸੁਣ, ਚੁਣ, ਪੜ੍ਹ, ਲਿਖ ਆਦਿ, ਇਹ ਸਾਰੇ ਕੀ ਹਨ ਜੀ ਇਹ ਧਾਤੂ ਸ਼ਬਦ ਹਨ, ਕਿਉਂਕਿ ਇਹਨਾਂ ਧਾਤੂਆਂ ਦੇ ਨਾਲ ਹੀ ਅੱਗੇ ਕਿਰਿਆ ਬਣਦੀਆਂ ਹਨ। ਇਹਨਾਂ ਸ਼ਬਦਾਂ ਤੋਂ ਹਰ ਕਿਰਿਆਵਾਂ, ਹਰ ਤਰ੍ਹਾਂ ਦੀਆਂ ਕਿਰਿਆਵਾਂ ਬਣਦੀਆਂ ਹਨ। ਜਿਵੇਂ ਉਰੇ ਪਹਿਲਾਂ ਆਪਣੇ ਕੋਲ ਲਿਖਿਆ ਗਿਣ, ਹੁਣ ਉਰੇ ਆਪਾਂ ਗੱਲ ਕਰਤਾ ਤੂੰ ਗਿਣ, ਤੂੰ ਸੁਣ, ਤੂੰ ਚੁਣ, ਤੂੰ ਪੜ੍ਹ,
तू लिख आदि। सो इस तरह करके ये ਜਿਹੜੇ शब्द हैं इस तरह बनते हैं। धातु वो चीज़ होंगी है, शब्द होंदा है, मूल शब्द होंदा है जिस तो हर तरह दी क्रियावां दी जो है क्रियावां पैदा होंदियां हैं। धातु सदा ही एक वचन अते मध्य पुरख होंदा है, याद रखियो यह धातु हमेशा सदा एक वचन होंदा है, मध्य पुरख दे विच आउंदा है अते यह आग्ञा या हुक्म दे भाव दस्सण वाला होंदा है। जिवें आपां पहलां पढ़ के हटिया, देखो तू गिन, हुण जिहड़ा तू गिनिया है एक तरह आग्ञा दा भाव दा हुक्म दा भाव प्रगट कर रहा है। तू सुन, ठीक है, तू चुन, तू पढ़ आदि। अगे आप इहदे अंगां दी गल करदे हां जी। इहदे विच भी एक मूल धातु हुंदा है जो अपने आप दे विच पूर्ण हुंदा है, मतलब कि जदों इह कल्ला भी बयान किया जांदा उहदा कोई अर्थ निकल रहा हुंदा है। सो जो होरां शब्दां दी मदद नाल नहीं बनया हुंदा, जिवें पढ़, चर, लिख, सुन जां आ जा आदि, ये सारे की हैं जी मूल हैं, रचित हैं जो इन्हां मूल शब्दां दे आण दे नाल अगे संपूर्ण हुंदे हैं। जो अपने आप दे विच पूर्ण ना होण अते होरां शब्दां दी मदद दे नाल आके हो संपूर्ण हुंदे हैं। जिवें पढ़ तो उरे पढ़ा बन गया, चर तो चरा बन गया, लिख तो लिखा बन गया, सुना आदि। ठीक है, जो पढ़, चर, लिख, सुन आदि मूल शब्दों तो धातुओं तो विद्यार्थियों बने हुए हैं। अगे आपां रचित शब्द की भी गल करते हैं जी, थोड़ा स्पीड नाल जल्दी। एक हुंदा देखो जी रचित धातुओं दे विच चार किस्मां हुंदियां ने जी, नकली धातु, संयुक्त धातु, प्रेरणार्थक धातु अते कर्मवाच धातु। सो सब तो पहला जी आप नकली वाले जाने हाँ। नकली धातु की हुंदा है, जो धातु किसी नाम, विशेषण या किसी होर शब्द तो बने होण उन्होंने असीं नकली धातु कहते हाँ। जिमें सुना, पढ़ा, पढ़ा, लिखा आदि, ये की हाँ जी नकली धातु हैं, क्योंकि यह नाम दे नाल जां विशेषण दे नाल जां किसी होर शब्द दे नाल आके बने हुंदे हैं। संयुक्त हुंदे हैं जी, देखो संयुक्त मीनस इकट्ठ, वधिक, जो धातु दो या दो तो वध धातुआं दे मेल तो बने हुंदे हैं उन्होंने असीं संयुक्त धातु कह दिंदे हाँ। जिवें पढ़िया कर, उपर आपां कहा सी पढ़, उरे आपां कहने पढ़िया कर। ठीक है जी, तो सुना, सुनदा जा, लिखिया कर, सुनिया, सुन लिया कर आदि, ये की हाँ जी संयुक्त धातु हैं, क्योंकि यह दो या दो तो वध धातुआं दे मेल तो इकट्ठ तो यह बने हुए हैं, इस करके इहनूं संयुक्त कह दिता जाता है। जदों कि जिहड़ा नकली धातु हुंदा है जी वह किसी नाम, विशेषण या किसी होर शब्द के धातु तो बनया हुंदा है। सो अगे साडा है प्रेरणार्थक धातु। ये भी अगे दो तरह के होंगे हैं, पहला है समान, फिर है विशेष। समान दे विच देखो आपां नूं जस्ट इहदे नाल करना लगता है। ठीक है, याद रखियो समान च जस्ट करना लगता है। समान प्रेरणार्थक धातु जिहड़ा हुंदा है मूल धातु के पिछे करना आके यह कार्य करता है। जिवें पढ़ तो पढ़ा, लिख तो लिखा, कर तो करा, हस तो हसा आदि, ये समान धातु है। सो अगे विशेष धातु हुंदा है जी, जो इहदे नाल असीं वावे नाल करना लगाने हैं। जिवें पढ़ तो पढ़वा, कर तो करवा, लिख तो लिखवा आदि, ये शब्द बन जाते हैं। यह विशेष धातु अखवाउंदे हैं। ये सारे जिहड़े हुंदे ने विद्यार्थियों प्रेरणार्थक धातु तो बने हुए हैं। अगला साडे कोल आ गया देखो जी प्रेरणार्थक धातु। ओह सकर्मक धातु जिहड़ा अकर्मक या मूल सकर्मक तो बनया होवे, जां जदों वाक दी किरिया दा करता किरिया दा काम आप ना करे बल्कि किसी होर नूं प्रेर के करावे, उस नूं प्रेरणार्थक, जिवें आपां उपर भी पढ़ के आए ना, देखो उन्हां वर्गा ही है जी ये, उस नूं प्रेरणात्मक किरिया अते उस धातु नूं प्रेरणार्थक धातु आखदे हन। जिवें आपां पहलां करके हटिया देखो जी, जिवें चुक तो चुक्का, सुन तो सुना, पढ़ तो पढ़ा, लिख तो लिखा आदि प्रेरणार्थक है। जदों सकर्मक धातु जिहदे विच कर्म हुंदा है, सकर्मक धातु जिहड़ा अकर्मक या मूल सकर्मक धातु तो बनया हुंदा है, जां जदों वाक दी किरिया दा करता किरिया दा काम आप ना करे सगों प्रेरणा दे के वह किसी होर तो करवा रहा हुंदा है। अगे आ गया जी कर्मवाच धातु। देखो जे वाक दा विशा किरिया दा कर्म, किरिया दा काम दे असर नूं सहण वाला, ठीक है, वाक जेकर वाक दा विशा किरिया दा कर्म होवे तां किरिया अते उहदा धातु नूं कर्मवाच धातु कहा जाता है। जिवें चाह बांदी है, विच बांदी है किरिया है अते इसदा धातु जिहड़ा है बन है वो की है जी कर्मवाच है। वो कर्म दा काम कर रहा है, उहदे उत्ते कर्म हो रहा है। नोट
और एक गल करने वाली नोट करने वाली गल विद्यार्थी होई है साडे कोले जिहड़ा कर्तरीवाच हुंदा है धातु हुंदा है अकर्मक अते सकर्मक दोवां तरह दे हुंदे हन पर कर्मवाच धातु केवल सकर्मक धातुआं दे उत्ते ही कार्य करता है। ये याद रखियो तुसीं जी। सो आपां इहदे च पढ़िया विद्यार्थियों कर्म धातु की हुंदा है कर्मवाच धातु जेकर वाक दा जिहड़ा विशा है जिहड़ा वाक दा विशा किरिया दा जिहड़ा कर्म है जिस दे असर नूं सहन कर रहा है ਕੰਮ ਦੇ ਅਸਰ ਨੂੰ ਸਹਿਣ ਕਰ ਰਿਹਾ ਹੋਵੇ ਤਾਂ ਕਿਰਿਆ ਅਤੇ ਉਸ ਦਾ ਧਾਤੂ ਨੂੰ ਆਪਾਂ ਕਰਮਵਾਚ ਧਾਤੂ ਦੇ ਨਾਮ ਨਾਲ ਜਾਣਦੇ ਹਾਂ। ਸੋ ਅੱਜ ਵਿਦਿਆਰਥੀਓ ਆਪਾਂ ਫਿਲਹਾਲ ਇੱਥੇ ਹੀ ਜਿਹੜੀ ਕਲਾਸ ਹੈ ਖਤਮ ਕਰਦੇ ਹਾਂ। ਦੇਖੋ ਅੱਜ ਉਰੇ ਆਪਣਾ ਮੇਨ ਟੌਪਿਕ ਵੈਸੇ ਕਿਰਿਆ ਦਾ ਸੀਗਾ ਜੀ, ਬਟ ਮੈਂ ਕਿਰਿਆ ਦੇ ਨਾਲ ਕੁਝ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰ ਲਈਆਂ ਹਨ ਜੋ ਨਾਲ ਜੁੜੀਆਂ ਹੋਈਆਂ ਗੱਲਾਂ ਸੀਗੀਆਂ ਜੀ। ਸੋ ਮੈਨੂੰ ਇਹ ਸੀ ਮੈਂ ਇੱਕੋ ਵੀਡੀਓ ਆਪਾਂ ਬਣਾ ਲਵਾਂਗੇ ਸੋ ਜਿਸ ਦੇ ਵਿੱਚ ਆਪਾਂ ਨੇ ਜੋ ਜਾਣਿਆ वाच धातु पूरक दे बारे किरिया दे बारे। सो मैनूं उम्मीद है जी तुहानूं ये टॉपिक समझ लग गया होना। जेकर तुहानूं ये वीडियो चंगी लगे तो लाइक कर देना जी। तो किरिया जिहड़ा टॉपिक है पेपर की दृष्टि तो भी बड़ा इंपोर्टेंट बनता है। पेपर च तुसीं इसका स्क्रीनशॉट भी लै सकते हो, वीडियो देखते हुए तुसीं अपने नोट्स आप भी बना सकते हो। सो जेकर वीडियो चंगी लगे तो लाइक कर दिओ, चैनल नूं सबसक्राइब कर दिओ ਅਤੇ ਆਪਣੇ ਫਰੈਂਡਸ ਦੇ ਨਾਲ ਵੀਡੀਓ ਨੂੰ ਸ਼ੇਅਰ ਵੀ ਕਰੋ। ਧੰਨਵਾਦ ਜੀ।